सतनाम। श्री वाहिगुरु साहिब जी। कवन जोग कौन ज्ञान ध्यान, कवन विद उस्तत करिय। सिद्ध साधक तेतीस कोर तिर कीम न परिय। ब्रह्मादक सनकाद शेख गुण अंत न पाए। अगहो गहो नहीं जाए, पूर सरब रहो समाए। जिह काटी सिलक दयाल प्रभ, से जन लगे भगते। हर गुर नानक जिन परस्यो, ते इत उत सदा मुक्ते। आदि पुरख करतार, करन कारण सब आपे। सर्व रहयो भरपूर, सगल घट रहयो व्यापै। व्यापत देखिए जगत, जानै कौन तेरी गत। सर्व की रखिया करै आपे हर पत। अबनासी अवगत आपे आप उत्पत। एकै तू ही एकै, अन नाही तुम भत। हर अंत नाही पारावार, कौन है करै विचार। जगत पिता है सर्व प्राण को आधार। जन नानक भगत दर, तुल ब्रह्म संसार। एक जी क्या बखानै, हाँ के बल 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 बल। साध बलहार। सतनाम श्री वाहिगुरु साहिब जी। धन धन आदि श्री गुरु ग्रंथ साहिब महाराज। बिलावल महला पंजवा। मन तन प्रभ आराधिया, मिल साध समागै। उचरत गुण गोपाल जस, दूर ते जम भागै। मन तन प्रभ आराधिया, मिल साध समागै। उचरत गुण गोपाल जस, दूर ते जम भागै। वाहिगुरु जी का खालसा, वाहिगुरु जी की फतेह। जुगो जुग अटल। करना निधान अंतरजामी, भगत वत्सल दयालु कृपालु। कलयुगी जीवां दे उधार करता, लोक परलोक दे रखियक। गुरता गद्दी ते सुभाईमान, दसां ही पातशाहियां दी आत्मक जोत। साहिब श्री गुरु ग्रंथ साहिब महाराज जी दी अपार किरपा बख्शिश रहमत दा सदका। जिथे गरीब नवाज सतगुर सच्चे पातशाह जी ने कलयुगी जीवां दा पार उतारा करन हित हर रोज़ की तरह सुंदर तख्तां ते प्रकाशमान हो करके
ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਉੱਥੇ ਵੱਡੇ ਭਾਗਾਂ ਵਾਲੀਆਂ ਉਹ ਰੂਹਾਂ, ਉਹ ਗੁਰਮੁਖ, ਉਹ ਪਿਆਰੇ ਸਤਿਗੁਰਾਂ ਦੇ, ਜਿਨ੍ਹਾਂ ਨੇ ਆਪਣੇ ਜੀਵਨ ਦਾ ਨਿਯਮ ਬਣਾਇਆ, ਜੀਵਨ ਦਾ ਆਧਾਰ ਬਣਾਇਆ, ਜੀਵਨ ਦਾ ਨੇਮ ਬਣਾਇਆ। ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਾ ਬੰਧੇ, ਸਹਿਜ ਸਮਾਧ ਅਗਾਧ ਵਿੱਚ ਹੋਏ ਇੱਕ ਮਨ ਗੁਰ ਜਾਪ ਜਪੰਦੇ। ਗੁਰਮੁਖ ਸੁਖ ਫਲ ਪਿਰਮ ਚਖੰਦੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ। ਤੇ ਮੈਂ ਉਹਨਾਂ ਦੇ ਬਾਰਨੇ ਬਲਿਹਾਰ ਕੁਰਬਾਨ ਜਾਨਾ, ਜੋ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਸਮੇਂ ਨੂੰ ਸੰਭਾਲ ਕਰਕੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਦੇ। ਸਤਿਨਾਮ ਵਾਹਿਗੁਰੂ ਜੀ ਦਾ ਸਿਮਰਨ, ਨਿਤਨੇਮ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ। ਜਿੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ ਵੇ ਅੰਮ੍ਰਿਤ ਵੇਲਾ ਸੱਚ ਨਾਉ, ਸੱਚ ਨਾਉ ਅੰਮ੍ਰਿਤ ਵੇਲਾ। ਸਫਲ ਮੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ। ਜੀਵ ਨੂੰ ਉਹ ਛਿਨ, ਉਹ ਸਵਾਸ ਮੁਕਤ ਕਰ ਸਕਦੀ ਹੈ ਜਦੋਂ ਇਹ ਹਿਰਦੇ ਦੀ ਡੂੰਘਾਈ 'ਚੋਂ ਤੇ ਮਨ ਕਰਕੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਵੇ। ਇਹ ਸਾਰੇ ਪ੍ਰਯਾਸ ਹਨ, ਇਹ ਸਾਰੇ ਉਦਮ ਉਪਰਾਲੇ ਹਨ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਗੁਣ ਵਡਿਆਈਆਂ ਕਰਕੇ ਸੁਣ ਕੇ ਰੱਬੀ ਬਾਣੀ ਦਾ ਜਾਪ, ਰੱਬੀ ਬਾਣੀ ਦੀ ਵਿਚਾਰ, ਇਹ ਗਿਆਨ ਤੇ ਬੋਧ ਪ੍ਰਾਪਤ ਹੁੰਦਾ ਕਿ ਮੈਂ ਕੀ ਹਾਂ। ਜਦੋਂ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਕੌਣ ਹਾਂ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਹਨ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੀ ਪਹਿਚਾਣ ਕਰਨ ਵਾਸਤੇ ਆਖਿਆ ਗਿਆ। ਇਹ ਗੱਲ ਵੱਖਰੀ ਹੈ, ਜਿਸ ਤਰ੍ਹਾਂ ਹੀ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। 10 ਬਾਲ ਅਤਨ 20 ਰਵਣ, ਤੀਸਾਂ ਕਾ ਸੁੰਦਰ ਕਹਾਵੈ। ਬਸ ਜਿਸ ਤਰ੍ਹਾਂ ਹੀ ਜਨਮ ਹੋਇਆ, ਇਸ ਜੀਵ ਨੂੰ ਸੋਝੀ ਸੰਸਾਰ ਦੀ ਹੋਣੀ ਸ਼ੁਰੂ ਹੋ ਗਈ, ਉਸੇ ਹੀ ਤਰ੍ਹਾਂ ਇਹ ਸੰਸਾਰ ਦੇ ਵਿੱਚ ਖਿਲਰ ਗਿਆ। ਇਹਨੇ ਬਹੁਤ ਵੱਡਾ ਖਲਾਰਾ ਪਾ ਲਿਆ। ਧਿਆਨ ਕਰਕੇ, ਵਿਰਤੀ ਕਰਕੇ ਇਹ ਮੁੜ ਕੇ ਇਸ ਖਲਾਰੇ ਨੂੰ ਇਕੱਠਾ ਹੀ ਨਾ ਕਰ ਸਕਿਆ। ਇਹੋ ਜਿਹੀ ਬਿਰਤੀ ਸੰਸਾਰ ਦੇ ਵਿੱਚ ਗਹਿ ਗਚ ਹੋਈ, ਇਹੋ ਜਿਹੀ ਬਿਰਤੀ ਚੰਚਲ ਤੇ ਇਹੋ ਜਿਹੀ ਬਿਰਤੀ ਖਿਲਰ ਗਈ, ਜਿਸ ਤਰ੍ਹਾਂ ਰੇਤੇ ਦੇ ਵਿੱਚ ਖੰਡ ਦਾ ਛੱਟਾ ਦੇ ਦਿੱਤਾ ਜਾਵੇ। ਭਗਤ ਕਬੀਰ ਜੀ ਦੇ ਬਚਨ ਹੈ ਕਿ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹਿੰਦੇ ਆਪਣੇ ਆਪ ਦੀ ਪਹਿਚਾਣ, ਪਰਮਾਤਮਾ ਦੀ ਪ੍ਰਾਪਤੀ ਬਹੁਤ ਬਾਰੀਕ ਤੇ ਤਤ ਬੁੱਧੀ ਦਾ ਵਿਸ਼ਾ ਹੈ। ਖੰਨੇ ਹੋਂ ਤਿੱਖੀ, ਬਾਲ ਹੋਂ ਨਿੱਕੀ, ਏਤ ਮਾਰਗ ਜਾਣਾ। ਜਿਸ ਤਰ੍ਹਾਂ ਸੰਸਾਰਿਕ ਤੌਰ ਤੇ ਮਨੁੱਖ ਕਹਿੰਦਾ ਮੈਨੂੰ ਕਰਨਾ ਕੁਝ ਨਾ ਪਵੇ, ਬਹੁਤਾ ਧਨ ਪ੍ਰਾਪਤ ਹੋ ਜਾਵੇ, ਮੈਂ ਕਾਰੋਬਾਰ 'ਚ ਕਾਮਯਾਬ ਹੋ ਜਾਵਾਂ, ਉਹ ਜਿਹੜੀ ਬਿਰਤੀ ਹੈ ਉਸ ਬਿਰਤੀ ਦੇ ਨਾਲ ਹੀ ਇਹ ਰੱਬ ਨੂੰ ਪਾਉਣਾ ਚਾਹੁੰਦਾ ਵੀ ਮੈਨੂੰ ਕਰਨਾ ਕੁਝ ਨਾ ਪਵੇ। ਨਾ ਗਿਆਨ, ਨਾ ਧਿਆਨ, ਨਾ ਸਿਮਰਨ, ਜਾਂ ਨਾ ਸਾਧ ਸੰਗਤ, ਨਾ ਅੰਮ੍ਰਿਤ ਵੇਲੇ ਉੱਠਣਾ, ਤੇ ਨਾ ਕੁਝ ਵਿਚਾਰਨਾ, ਤੇ ਨਾ ਕੁਝ ਸੋਚਣਾ, ਨਾ ਕਥਾ, ਨਾ ਕੀਰਤਨ, ਨਾ ਗੁਰੂ ਦੇ ਚਰਨ, ਪਰ ਰੱਬ ਮਿਲ ਜਾਏ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹਨ ਕਿ ਹਰ ਸਿਮਰਨ ਛਾੜ ਪਰਮਗਤ ਚਾਹੈ, ਮੂਲ ਬਿਨਾ ਸਾਖਾ ਕਤ ਆਹੈ।
ਕਹਿੰਦੇ ਭਲਿਆ ਪੁਰਸ਼ਾ ਮੈਨੂੰ ਇੱਕ ਗੱਲ ਦੱਸ, ਬੰਦਗੀ ਭਗਤੀ ਸਿਮਰਨ ਤੜਫ ਭੁੱਖ ਪਿਆਸ ਸਮਾਂ ਤੂੰ ਆਪਣੇ ਭਲੇ ਵਾਸਤੇ ਆਪਣੇ ਆਪ ਨੂੰ ਨਹੀਂ ਦੇ ਸਕਦਾ, ਪਰਮਾਤਮਾ ਨੂੰ ਨਹੀਂ ਦੇ ਸਕਦਾ, ਤੇ ਪਰਮ ਗਤੀ ਦੀ ਪ੍ਰਾਪਤੀ ਕਿਵੇਂ ਹੋ ਜਾਵੇਗੀ? ਕਿਵੇਂ ਤੂੰ ਮੁਕਤ ਹੋਵੇਂਗਾ? ਪਹਿਲਾਂ ਬਚਪਨ ਦੇ ਵਿੱਚ ਖੇਡਾਂ ਨਹੀਂ ਖਤਮ ਹੋਈਆਂ, ਬਚਪਨਾ ਸੀ, ਖੇਡਣ ਦੇ ਵਿੱਚ ਕੁੱਦਣ ਦੇ ਵਿੱਚ ਉੱਧਰ ਪੂਰੀ ਸ਼ਕਤੀ ਤੇਰੀ ਲੱਗੀ ਰਹੀ, ਹੋਸ਼ ਸੰਭਾਲੀ, ਫਿਰ ਪੜ੍ਹਾਈ ਤੇ ਸੰਸਾਰ ਦੇ ਗਿਆਨ ਤੇ ਸ਼ਕਤੀ ਲਾ ਦਿੱਤੀ। ਜਦੋਂ ਵਿਵਾਹ ਆਨੰਦ ਕਾਰਜ ਹੋ ਗਿਆ, ਫਿਰ ਇਸਤਰੀ ਤੇ ਫਿਰ ਬੱਚੇ ਬੱਚੀਆਂ ਹੋ ਗਏ, ਉੱਧਰ ਧਿਆਨ ਤੂੰ ਲਾ ਦਿੱਤਾ। ਤੇ ਜਿੱਦਾਂ ਜਿੱਦਾਂ ਸੰਸਾਰ 'ਚ ਤੈਨੂੰ ਕੁਝ ਨਾ ਕੁਝ ਮਿਲਦਾ ਰਿਹਾ, ਉੱਧਰ ਤਾਂ ਤੂੰ ਸਮਾਂ ਦਿੰਦਾ ਰਿਹਾ। ਪਰ ਜਿਸ ਵਾਸਤੇ ਅਕਾਲ ਪੁਰਖ ਪਰਮੇਸ਼ਰ ਨੇ ਤੈਨੂੰ ਇਹ ਮਨੁੱਖ ਖਜ਼ਾਨਾ ਦਿੱਤਾ ਤੇ ਨਾਲ ਤੈਨੂੰ ਆਖਿਆ ਵੀ ਕਿਸ ਵਾਸਤੇ ਤੈਨੂੰ ਮਨੁੱਖ ਖਜ਼ਾਨਾ ਦਿੱਤਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਹੀਂ ਪਤਾ ਲੱਗਦਾ ਭਗਤੀ ਦਾ, ਬੰਦਗੀ ਦਾ, ਇਕਾਗਰਤਾ ਦਾ, ਪਰਮਾਤਮਾ ਦੇ ਨਾਲ ਪ੍ਰੇਮ ਪਿਆਰ ਸ਼ਰਧਾ ਕਿਵੇਂ ਉਤਪੰਨ ਹੋਵੇ। ਤੇ ਇਸ ਧਰਤੀ ਤੇ ਐਸੇ ਗੁਰਮੁਖ ਪਿਆਰੇ, ਐਸੇ ਸੰਤ ਜਨ, ਐਸੇ ਸਾਧੂ ਜਨ ਜਿਹੜੇ ਅੱਠੇ ਪੈਰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰਦੇ, ਜਿਨ੍ਹਾਂ ਨੇ ਆਪ ਰਸ ਪ੍ਰਾਪਤ ਕੀਤਾ ਤੇ ਉਹਨਾਂ ਦੇ ਪਾਸ, ਉਹਨਾਂ ਦੇ ਕੋਲ, ਉਹਨਾਂ ਦੀ ਸੰਗਤ ਜੋ ਵੀ ਕਰੇਗਾ ਉਹਨਾਂ ਨੂੰ ਰਸ ਪ੍ਰਾਪਤ ਕਰਨ ਦਾ ਢੰਗ ਤਰੀਕਾ ਜੁਗਤੀ ਉਹ ਦੱਸਦੇ ਹਨ। ਕਿਉਂਕਿ ਉਹਨਾਂ ਦਾ ਜੀਵਨ ਹੀ ਇਸ ਵਾਸਤੇ ਹੈ ਕਿ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਮੈਂ ਜੋ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਘਰੇ ਅੰਦਰ ਸਭ ਬਤ ਹੈ, ਬਾਹਰ ਕਿਛ ਨਾਹੀ, ਗੁਰ ਕਿਰਪਾ ਤੇ ਪਾਈਐ ਅੰਤਰ ਕਪਟ ਖਲਾਹੀ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਪਲਾਹੀ। ਇਹ ਮੈਂ ਇਸ ਕਰਕੇ ਗੁਰਮੁਖੋ ਬੇਨਤੀਆਂ ਕਰ ਰਿਹਾ ਵੀ ਅੰਮ੍ਰਿਤ ਵੇਲੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੇ ਰੂਪ 'ਚ ਸਾਡੇ 'ਤੇ ਕਿਰਪਾ ਕੀਤੀ, ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਆ। ਇਹ ਮੁਬਾਰਕ ਰਸਨਾ ਸ਼ਹੀਦਾਂ ਦੇ ਸਰਤਾਜ, ਸਬਰ ਸੰਤੋਖ ਦੇ ਸਾਗਰ, ਬਾਣੀ ਕੇ ਵੋਹਿਤ, ਜਿਨ੍ਹਾਂ ਸਤਿਗੁਰਾਂ ਨੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਨਾਮ ਬਾਣੀ ਦਾ ਜਹਾਜ਼ ਤਿਆਰ ਕੀਤਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਹੱਥੋਂ ਲਿਖਾ ਕਰਕੇ ਹਰ ਜੀਵ ਦੇ ਭਲੇ ਵਾਸਤੇ ਇਹ ਬ੍ਰਹਮ ਗਿਆਨ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਮਿਲਣ ਦਾ ਜੋ ਢੰਗ ਤਰੀਕੇ ਦਾ ਇੱਕ ਵੱਡਾ ਖਜ਼ਾਨਾ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਜੋ ਪਾਵਨ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 817 ਤੇ 18 ਤੇ ਸੁਭਾਏਮਾਨ ਹੋ ਰਿਹਾ ਹੈ। ਇਸ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਪਹਿਲੀ ਹੀ ਪੰਕਤੀ 'ਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੀਵ ਨੂੰ ਇਹ ਉਪਦੇਸ਼ ਦਿੱਤਾ ਵੀ ਮਿਲਿਆਂ ਹੋਇਆਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆਂ ਹੋਇਆਂ ਦੀ ਸੰਗਤ, ਜਿਨ੍ਹਾਂ ਤੇ ਰੋਮ ਰੋਮ ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ, ਸਾਧ ਨਾਮ ਨਿਰਮਲ ਤਾਕੇ ਕਰਮ, ਕੋਈ ਜਨ ਹਰਸਿਉ ਦੇਵੈ ਜੋਰ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਬਚਾਈ। ਉਹਨਾਂ ਦਾ ਜ਼ਿਕਰ ਕੀਤਾ।
ਤੇ ਜਿਸ ਤਰ੍ਹਾਂ ਉਹਨਾਂ ਦੇ ਜੀਵਨ ਦਾ ਆਨੰਦ ਬਣਿਆ, ਬਿਰਤੀ ਦੀ ਇਕਾਗਰਤਾ ਹੋਈ, ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਉਹਨਾਂ ਨੇ ਸਮਝਿਆ, ਤੇ ਜਿਸ ਤਰ੍ਹਾਂ ਜ਼ਿੰਦਗੀ ਦਾ ਸਮਾਂ ਤੇ ਤਨ ਮਨ ਧਨ ਗੁਰੂ ਦੇ ਅਰਪਣ ਕਰਕੇ ਐਸੀ ਤਤ ਬੁੱਧੀ ਪ੍ਰਾਪਤ ਕੀਤੀ, ਉਹ ਤੈਨੂੰ ਵੀ ਦੱਸਣਗੇ ਕਿ ਕਿਸ ਤਰ੍ਹਾਂ ਪ੍ਰਭੂ ਦੇ ਮਾਰਗ ਤੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ। ਇਹ ਜੋ ਚੰਚਲ ਬਿਰਤੀ ਹੈ, ਜੋ ਖਿਲਰੀ ਹੋਈ ਸਾਰੇ ਸੰਸਾਰ ਦੇ ਵਿੱਚ, ਇਹ ਕਿਵੇਂ ਇੱਕ ਜਗ੍ਹਾ ਗੁਰੂ ਦੇ ਚਰਨਾਂ ਦੇ ਨਾਲ ਜੁੜਦੀ ਹੈ, ਉਹ ਦੱਸਣਗੇ। ਕਿਉਂਕਿ ਖੋਜਤ ਖੋਜਤ ਮੈਂ ਫਿਰਾ, ਖੋਜੋ ਬਣ ਥਾਨ। ਹਰ ਸੰਸਾਰ ਦੀ ਵਸਤੂ ਨੂੰ ਤੁਸੀਂ ਲੱਭ ਕੇ ਲਿਆਉਂਦੇ ਆ ਨਾ, ਜਿੱਥੋਂ ਵੀ ਮਿਲੇ, ਫਿਰ ਸਮਾਂ ਵੀ ਦਿੰਦੇ ਆ, ਕੀਮਤ ਵੀ ਦਿੰਦੇ ਆ, ਤੇ ਉਸ ਵਸਤੂ ਨੂੰ ਲੈ ਕਰਕੇ ਵੀ ਆਉਂਦੇ ਆ, ਫਿਰ ਘਰ 'ਚ ਜਗ੍ਹਾ ਵੀ ਬਣਾਉਂਦੇ ਆ ਵੀ ਜਿਸ ਵਾਸਤੇ, ਜਿੱਥੇ ਰੱਖਣ ਵਾਸਤੇ ਉਹ ਵਸਤੂ ਲਿਆਉਣੀ ਆ ਵੀ ਜਗ੍ਹਾ ਹੈਗੀ ਆ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਓ। ਪਹਿਲਾਂ ਹਿਰਦੇ ਦਾ ਸ਼ੁੱਧ ਹੋਣਾ, ਫਿਰ ਅੰਦਰ ਸ਼ਬਦ ਦਾ ਟਿਕਾਓ, ਫਿਰ ਇਸ ਸਰੀਰ ਦੀ ਪੂਰੀ ਤਾਕਤ, ਪੂਰੀ ਸ਼ਕਤੀ ਤੇ ਪ੍ਰੇਮ ਦੀ ਭੇਟਾ ਦੇ ਕੇ ਦਿਨ ਰਾਤ ਤੜਫਣਾ ਕਿ ਹੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਬਖਸ਼ਿਸ਼ ਕਰੋ। ਫਿਰ ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਖੋਜ ਖੋਜ ਕੇ ਇਹ ਸਿੱਟਾ ਤੇ ਇਹ ਜੀਵ ਉੱਥੇ ਪਹੁੰਚਿਆ ਕਿ ਬਗੈਰ ਸਾਧ ਸੰਗਤ ਤੋਂ ਇਹ ਭਵ ਸਾਗਰ ਤਰਿਆ ਨਹੀਂ ਜਾਣਾ, ਤੇ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਸਤਿਗੁਰਾਂ ਦੇ ਬਚਨ ਹਨ। ਖੋਜਤ ਖੋਜਤ ਮੈਂ ਫਿਰਾ। ਸਾਡਾ ਸੁਭਾਅ, ਸਾਡਾ ਜੀਵਨ, ਸਾਡੀ ਸੋਚ ਕੀ ਬਣ ਗਈ ਵੀ ਜੋ ਗੁਰੂ ਸਾਹਿਬ ਕਹਿ ਰਹੇ ਹੈ ਉਹਨੂੰ ਨਹੀਂ ਸੁਣਨਾ, ਉਹਨੂੰ ਨਹੀਂ ਵਿਚਾਰਨਾ, ਉਹਨੂੰ ਨਹੀਂ ਮੰਨਣਾ, ਬਸ ਇਹੀ ਕਹੀ ਜਾਣਾ ਬਸ ਵੀ ਰੱਬ ਦੀ ਕਿਰਪਾ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ। ਗੁਰੂ ਇਸ ਨੂੰ ਕੁਝ ਕਹਿ ਰਿਹਾ ਵੀ ਹੇ ਜੀਵ, ਤੇ ਇਸ ਤਰ੍ਹਾਂ ਤੂੰ ਆਪਣੇ ਜੀਵਨ ਦਾ ਭਲਾ ਕਰ ਲੈ, ਜੀਵਨ ਸਫਲ ਕਰ ਲੈ, ਤੇ ਪਰਮਾਤਮਾ ਪਰਮੇਸ਼ਰ ਤੱਕ ਪਹੁੰਚ ਜਾਵੇਂਗਾ। ਪਰ ਜੀਵ ਗੁਰੂ ਦੀ ਗੱਲ ਸੁਣਨ ਵਾਸਤੇ ਹੀ ਨਹੀਂ ਰਾਜੀ, ਆਪਣੀ ਮਨਮਰਜ਼ੀ ਹੀ ਕਰੀ ਜਾਂਦਾ। ਭਾਵੇਂ ਧਰਮੀ ਹੈ, ਭਾਵੇਂ ਅਧਰਮੀ ਹੈ, ਭਾਵੇਂ ਪੁੰਨੀ ਹੈ, ਭਾਵੇਂ ਪਾਪੀ ਹੈ, ਭਾਵੇਂ ਨਿਆਣਾ ਹੈ, ਭਾਵੇਂ ਸਿਆਣਾ ਹੈ, ਭਾਵੇਂ ਅਮੀਰ ਹੈ, ਭਾਵੇਂ ਗਰੀਬ ਹੈ। ਜਨਮਾਂ ਜਨਮਾਂਤਰਾਂ ਤੋਂ ਇਹਦੀ ਆਦਤ ਪੈ ਗਈ ਕਿ ਆਪਣੇ ਮਨ ਦੀ ਸੁਣਨੀ, ਹੋਰ ਕਿਸੇ ਦੀ ਨਹੀਂ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਕਿ ਆਪ ਹੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਬਖਾਣ, ਕਿਤ ਬਿਦ ਕਿਉਂ ਪਾਈਐ ਪ੍ਰਭ ਆਪਣਾ, ਮੋਕੋ ਕਰੋ ਉਪਦੇਸ਼ ਹਰ ਦਾਨ। ਕਿਸ ਤਰ੍ਹਾਂ ਪ੍ਰਮਾਤਮਾ ਪਿਆਰੇ ਨੂੰ ਮਿਲਿਆ ਜਾਵੇ, ਮੇਰੇ ਤੇ ਕਿਰਪਾ ਕਰੋ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹੋਂ ਫਿਰੋਂ ਖੋ ਜੰਤੀਆ। ਉਹ ਕਿਹੜੇ ਮਿੱਤਰ, ਕਿਹੜੇ ਯਾਰ ਜਿਨ੍ਹਾਂ ਨੂੰ ਜੀਵ ਕਹਿ ਰਿਹਾ ਵੀ ਮੈਂ ਪਰਮਾਤਮਾ ਤੱਕ ਕਿਵੇਂ ਪਹੁੰਚਾਂ, ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ। ਸੁਣ ਯਾਰ ਹਮਾਰੇ ਸੱਜਣ, ਜੇ ਜਿਸ ਨੂੰ ਕਹਿ ਰਿਹਾ ਉਹੀ ਰੱਬ ਹੈ, ਤੇ ਫਿਰ ਤੇ ਅੱਗੇ ਕਿਸ ਰੱਬ ਦੀ ਗੱਲ ਕੀਤੀ ਹੈ ਜਿਹਨੂੰ ਉਹ ਗੱਲ ਕਹਿ ਰਿਹਾ। ਸੁਣ ਯਾਰ ਹਮਾਰੇ ਸੱਜਣ, ਹੇ ਮੇਰੇ ਪ੍ਰੀਤਮ ਪਿਆਰੇ ਗੁਰਮੁਖ ਜਨ, ਮੇਰੇ ਭਾਈ ਮੇਰੀ ਗੱਲ ਸੁਣ, ਮੈਂ ਕੁਝ ਕਹਿ ਰਿਹਾ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਹੁਣ ਗੱਲ ਅੱਗੇ ਕਹਿ ਰਹੇ, ਤਿਸ ਮੋਹਨ ਲਾਲ ਪਿਆਰੇ। ਤਿਸ ਸ਼ਬਦ ਆ ਗਿਆ ਨਾ, ਹਉ ਫਿਰੋ ਖੋ ਜੰਤੀਆ। ਜਿਸ ਤਰ੍ਹਾਂ ਕਿਸੇ ਨੂੰ ਕਹੀਏ ਨਾ ਕਿ ਮੇਰੀ ਮਦਦ ਕਰੋ, ਕਹਿੰਦੇ ਦੱਸੋ ਵੀ ਆਹ ਚੀਜ਼ ਮੇਰੀ ਗੁਆਚ ਗਈ ਤੇ ਮੈਂ ਲੱਭਣੀ ਆ। ਵਾਸਤਵ ਦੇ ਵਿੱਚ ਹੈ ਇਹੀ ਕੁਝ ਹੈ। ਪਰਮਾਤਮਾ ਹੱਥਾਂ ਪੈਰਾਂ ਤੋਂ ਬਹੁਤ ਸਾਡੇ ਨਜ਼ਦੀਕ ਹੈ,
ਹੁੰਦਿਆਂ ਸੁਣਦਿਆਂ ਸਾਡੀ ਚਲਾਕੀ ਤੇ ਸਾਡੀ ਚਤੁਰਾਈ, ਸਾਡੀ ਸਿਆਣਪ ਕਰਕੇ ਅਸੀਂ ਇਹ ਸਮਝ ਲਿਆ ਵੀ ਪਰਮਾਤਮਾ ਗੁਆਚ ਗਿਆ, ਪਰਮਾਤਮਾ ਸਾਡੇ ਹੱਥ ਨਹੀਂ ਆ ਸਕਦਾ, ਪਰਮਾਤਮਾ ਨੂੰ ਮਿਲਣਾ ਬਹੁਤ ਮੁਸ਼ਕਿਲ ਹੈ, ਪਤਾ ਨਹੀਂ ਪਰਮਾਤਮਾ ਕਿੱਥੇ ਰਹਿੰਦਾ ਹੈ, ਪਾਸ ਹੀ ਆ, ਹੈ ਬਿਲਕੁਲ ਨਜ਼ਦੀਕ। ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ, ਗੁਰਮੁਖੋ ਖੋਜਤ ਖੋਜਤ ਮੈਂ ਫਿਰਾਂ, ਖੋਜੋ ਬਨ ਥਾਨ, ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ। ਉਹਦੇ ਗੁਣ ਦੱਸੇ, ਮੈਂ ਐਸੇ ਪਰਮਾਤਮਾ ਪਰਮੇਸ਼ਰ ਨੂੰ ਲੱਭਦਾ ਫਿਰਦਾ ਕਿ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਮੈਨੂੰ ਉਸ ਜਾਗਣ ਨਾਲੋਂ, ਉਜ ਕੁਝ ਕੰਮ ਕਾਰੋ ਵਿਹਾਰ ਕਰਨ ਨਾਲੋਂ ਤੇ ਮੈਂ ਵਿਹਲਾ ਹੀ ਠੀਕ ਹੈ, ਸੁੱਤਾ ਹੋਇਆ ਹੀ ਠੀਕ ਹੈ। ਜੇ ਸੁੱਤਾ ਹੋਇਆ ਵੀ ਮੈਂ ਪ੍ਰਭੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ। ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਹਨ। ਕਹਿਣ ਤੋਂ ਭਾਵ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਹਰ ਸਿਮਰਨ ਛਾੜ ਪਰਮ ਗਤ ਚਾਹੈ, ਪਰਮ ਗਤੀ ਨੂੰ ਚਾਹੁੰਦਾ। ਗੁਰੂ ਦਾ ਬਚਨ ਨਹੀਂ ਮੰਨਣਾ। ਮਹਾਰਾਜ ਜੀ ਕਹਿੰਦੇ ਮੂਲ ਬਿਨਾ ਸਾਖਾ ਕਤ ਆਹੈ, ਨਾਲ ਪ੍ਰਮਾਣ ਦੇ ਦਿੱਤਾ। ਕਹਿੰਦੇ ਭਲਿਆ ਪੁਰਖਾ ਮੈਨੂੰ ਦੱਸ, ਜਿਸ ਪੌਦੇ ਦਾ ਬੀਜ ਖੇਤ ਦੇ ਵਿੱਚ ਬੋਈਏ ਨਾ, ਜ਼ਮੀਨ ਦੇ ਵਿੱਚ ਉਸ ਬੀਜ ਨੂੰ ਨਾ ਬੀਜੀਏ, ਦਰਖਤ ਦੀ ਆਸ ਰੱਖੀਏ। ਵੇ ਬਹੁਤ ਵੱਡਾ ਦਰਖਤ ਹੋਵੇਗਾ ਤੇ ਧੁੱਪੇ ਤੇ ਬਚਨ ਵਾਸਤੇ ਇਸ ਦੀ ਛਾਂ ਦੇ ਥੱਲੇ ਬੈਠਾਂਗੇ, ਮੰਜਾ ਡਾਵਾਂਗੇ, ਅਜੇ ਕੀਤਾ ਕੁਝ ਵੀ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਕਿਤੇ ਐਸੀ ਤਾਂ ਨਹੀਂ ਤੇਰੀ ਸੋਚ, ਸਿਮਰਨ ਵਾਸਤੇ ਰਾਜੀ ਨਹੀਂ, ਬੰਦਗੀ ਵਾਸਤੇ ਰਾਜੀ ਨਹੀਂ, ਸਤਸੰਗਤ ਵਾਸਤੇ ਰਾਜੀ ਨਹੀਂ, ਪਰਮਾਤਮਾ ਦੇ ਨਾਲ ਪ੍ਰੇਮ ਤੇ ਪਿਆਰ ਕਰਨ ਵਾਸਤੇ ਰਾਜੀ ਨਹੀਂ, ਸ਼ਰਧਾ ਦ੍ਰਿੜ ਨੇਚਾ ਅੰਦਰ ਸੰਕਲਪ ਬਣਾਉਣ ਵਾਸਤੇ ਰਾਜੀ ਨਹੀਂ, ਆਪਣੇ ਆਪ ਦੀ ਤੇ ਸੰਸਾਰ ਦੀ ਪਹਿਚਾਣ ਕਰਨ ਵਾਸਤੇ ਰਾਜੀ ਨਹੀਂ ਕਿ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਕਿਵੇਂ ਜਾਵੇਗੀ। ਕਿਸੇ ਦੀ ਸੰਗਤ ਤੈਨੂੰ ਚਾਹੀਦੀ ਨਹੀਂ, ਤੈਨੂੰ ਲੋੜ ਨਹੀਂ, ਨਾ ਸਾਧ ਦੀ, ਨਾ ਸੰਤ ਦੀ, ਨਾ ਗੁਰਮੁਖ ਦੀ, ਨਾ ਗੁਰੂ ਦੀ, ਨਾ ਸਾਧ ਸੰਗਤ ਦੀ। ਕਿਵੇਂ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ? ਇਹ ਤਾਂ ਮਿਲਿਆ ਹੋਇਆ ਨੂੰ ਹੀ ਮਿਲਣਾ ਪਵੇਗਾ। ਫਿਰ ਇਹ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਕਬੀਰ ਜੀ ਨੇ ਪਾਇਆ, ਕਿਵੇਂ ਪ੍ਰਹਿਲਾਦ ਇੱਕ ਮਿਕ ਹੋਏ, ਨਾਮਦੇਵ ਤਰਲੋਚਨ ਭਗਤ ਪੀਪਾ ਧੰਨਾ, ਫਰੀਦ ਪਰਮਾਨੰਦ ਰਾਮਾਨੰਦ ਤੇ ਸਦਨਾ। ਤੇ ਇਹ ਕਿਵੇਂ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਇੱਕ ਮਿਕ ਹੋਏ। ਜੀਵਨੀਆਂ ਉਹਨਾਂ ਦੀ ਬਾਣੀ ਸਾਡੇ ਕੋਲ ਮੌਜੂਦ ਹੈ ਕੋਈ ਐਸਾ ਜਿਹੜਾ ਗੁਰੂ ਤੋਂ ਬਗੈਰ ਸਾਧੂ ਦੀ ਸੰਗਤ ਤੋਂ, ਬਗੈਰ ਭਗਤੀ ਬੰਦਗੀ ਤੇ ਪ੍ਰੇਮ ਕਰਨ ਤੋਂ ਉਹ ਰੱਬ ਤੱਕ ਪਹੁੰਚ ਗਏ ਹੋਣ? ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਿ ਮੂਲ ਬਿਨਾ ਸਾਖਾ ਕਤ ਆਹੈ, ਦਰਖਤ ਦਾ ਪੌਦਾ ਲਾਇਆ ਹੀ ਨਹੀਂ ਗਿਆ, ਸੁਪਨੇ ਲੈ ਰਿਆਂ ਫਲ ਲੱਗੂਗਾ, ਵੱਡੇ ਵੱਡੀਆਂ ਟਾਹਣੀਆਂ ਹੋਣਗੀਆਂ, ਇਸ ਦੀ ਛਾਂ ਤੇ ਥੱਲੇ ਮੈਂ ਆਨੰਦ ਮਾਣਾਂਗਾ। ਕਹਿੰਦੇ ਐਸਾ ਨਹੀਂ ਹੋ ਸਕਦਾ। ਇਹ ਸੁਪਨੇ ਦੇ ਵਿੱਚ ਕੁਛ ਨਹੀਂ ਆਉਣਾ। ਇਹ ਸੁਪਨੇ ਜਿੰਨੇ ਮਰਜ਼ੀ ਵੱਡੇ ਲਈ ਜਾਓ, ਇੱਥੇ ਤਾਂ ਪ੍ਰੈਕਟੀਕਲ ਹਕੀਕਤ ਖੁਦ ਕਰਨਾ ਪੈਣਾ। ਫਿਰ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਹੁਣ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ੍ਰੀ ਮੁਖ ਵਾਕ 'ਚ ਬਿਲਾਵਲ ਮਹੱਲਾ ਪੰਜਵਾ, ਰਾਗ ਬਿਲਾਵਲ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ। ਮਨ ਤਨ ਪ੍ਰਭ ਆਰਾਧਿਐ, ਮਿਲ ਸਾਧ ਸਮਾਗੈ, ਸਮਾਗਮ ਤੋਂ ਸਮਾਗੈ ਭਾਵ ਉਹਨਾਂ ਦੀ ਸੰਗਤ ਕਰਨੀ, ਕਿਹਨਾਂ ਦੀ? ਮਿਲਿਆ ਹੋਇਆਂ ਦੀ। ਹੋਰ ਬਚਨ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ। ਗੁਰੂ ਦੀ ਸਭਾ
मतलब बहु बचन ज़्यादा गुरु नहीं हुंदे, गुरु वाहिद इक्को ही हुंदा। गुरुआं दी भीड़ नहीं हुंदी, सच्चा इक्को ही गुरु। जिस तरह धन श्री गुरु ग्रंथ साहब महाराज ते 10 ही पातशाहियां गुरु नानक महाराज तो लैके गुरु गोबिंद सिंह महाराज जी तक। हुण सभा किन्हां दी हो सकदी है, इकट्ठ किन्हां दा हो सकदा, 2 4 10 20 दा? ਉਹ ਸੰਤ ਸਮਾਗਮ, ਸਾਧ ਸਮਾਗਮ, ਵੇ ਇੱਕੋ ਹੀ ਸੋਚ, ਇੱਕੋ ਹੀ ਵਿਚਾਰ, ਇੱਕੋ ਹੀ ਭਗਤੀ ਬੰਦਗੀ ਕਰਨ ਵਾਲੀਆਂ ਰੂਹਾਂ ਜਦੋਂ ਮਿਲ ਕਰਕੇ ਬੈਠਦੀਆਂ, ਫਿਰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਜਸ ਨੂੰ ਗਾਉਂਦੀਆਂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ, ਵਾਧਾਈਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਆਨੰਦ ਸਾਹਿਬ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ, ਮਨ ਤਨ ਪ੍ਰਭ ਆਰਾਧੀ ਹੈ। ਫਿਰ ਇਹ ਕਹੇ ਵੀ ਮਨ ਤਾਂ ਟਿਕਦਾ ਨਹੀਂ, ਨਾਮ 'ਚ ਮਨ ਦਾ ਟਿਕਾਓ ਨਹੀਂ ਬਣਦਾ, ਕਥਾ 'ਚ ਮਨ ਦਾ ਟਿਕਾਓ ਨਹੀਂ ਬਣਦਾ, ਕੀਰਤਨ 'ਚ ਔਰ ਬਣਦਾ ਵੀ ਨਹੀਂ, ਮਨ ਨਹੀਂ ਟਿਕਦਾ। ਇਹ ਬੈਠਾ ਵੀ ਗੁਰੂ ਦੇ ਚਰਨਾਂ 'ਚ ਨਿਤਨੇਮ ਗੁਟਕਾ ਸਾਹਿਬ ਹੱਥ 'ਚ ਰਸਨਾ ਤੇ ਸਤਨਾਮ ਵਾਹਿਗੁਰੂ ਦਾ ਜਾਪ, ਪਰ ਅੰਦਰ ਕਿਤੇ ਝਾਤੀ ਮਾਰਿਓ ਵੀ ਅੰਦਰਲਾ ਵੀ ਬੈਠਾ, ਅੰਦਰ ਤਾਂ 10 ਮਿੰਟ ਇੱਥੇ ਬੈਠਣ ਵਾਸਤੇ ਰਾਜੀ ਨਹੀਂ। ਉਹ ਤਾਂ ਨੱਠਾ ਭੱਜਾ ਫਿਰਦਾ, ਕਦੀ ਇੱਧਰ ਨੂੰ ਪਾਸਾ ਲੈਂਦੇ, ਕਦੀ ਇੱਧਰ ਨੂੰ, ਕਦੀ ਸੱਜੇ ਦੇਖਦੇ, ਕਦੀ ਖੱਬੇ ਦੇਖਦੇ, ਕਦੀ ਟਾਈਮ ਨੂੰ ਦੇਖਦੇ ਆ, ਕਦੀ ਜੋ ਜਾ ਕੇ ਕੰਮ ਕਰਨਾ ਉੱਧਰ ਨੂੰ ਧਿਆਨ ਚਲੇ ਜਾਂਦਾ, ਜੋ ਛੱਡ ਕੇ ਆਏ ਆ ਉੱਧਰ ਨੂੰ, ਕਿਤੇ ਕੋਈ ਅਡੀਕਦਾ ਨਾ ਹੋਵੇ। ਕੀ ਇਹ ਸਤ ਸੰਗਤ ਹੈ? ਐਸੀ ਵਿਰਤੀ ਕਥਾ ਦਾ ਰਸ ਨਹੀਂ ਲੈ ਸਕਦੀ, ਕੀਰਤਨ ਦਾ ਰਸ ਨਹੀਂ ਲੈ ਸਕਦੀ, ਸਿਮਰਨ ਦਾ ਰਸ ਨਹੀਂ ਮਿਲ ਸਕਦਾ। ਸਤ ਸੰਗਤ ਦੇ ਵਿੱਚ ਹਾਜ਼ਰੀ ਤਾਂ ਉਸ ਦੀ ਲੱਗਣੀ ਆ ਜਿਹੜਾ ਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਟਿਕਿਆ ਹੋਇਆ, ਪੂਰਨ ਤੌਰ ਤੇ। ਉਹ ਜਿਸ ਤਰ੍ਹਾਂ ਪਹਿਲੇ ਦਿਨ ਆ ਗਏ ਉਦਣੇ ਸੁਪਨਾ ਲੈਣ ਲੱਗ ਪਈ ਵੀ ਮੈਂ ਤਾਂ ਆਇਆ ਵੀ ਮੈਂ ਜੁੜੂੰਗਾ, ਜਾਂ ਸਾਲ 6 ਮਹੀਨੇ ਕਹੋ ਮੈਨੂੰ ਸਾਲ ਹੋ ਗਿਆ ਜੇ ਮੈਂ ਜੁੜਿਆ ਨਹੀਂ। ਜੇ ਇਹ ਵੀ ਖਿਆਲ ਮੌਜੂਦ ਹੈ ਫਿਰ ਵੀ ਜੁੜਿਆ ਨਹੀਂ ਜਾਣਾ, ਕਿਉਂਕਿ ਉਦਮ ਪ੍ਰयास ਕਰਨਾ ਹੀ ਜੀਵ ਦੇ ਵਸ ਹੈ। ਅਗਲਾ ਜੋ ਸਟੈਪ, ਅਗਲਾ ਜੋ ਫੁਰਨਾ, ਅਗਲਾ ਜੋ ਸੰਕਲਪ ਹੈ, ਉਹ ਕਾਹੂ ਫਲ ਕੀ ਇੱਛਾ ਨੇ ਵਾਸ਼ੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਕਿਸੇ ਤੁਸੀਂ ਦੁਨਿਆਵੀ ਰਾਜ ਦਰਬਾਰ 'ਚ ਜਾਂ ਅਮੀਰ ਜਾਂ ਦੁਕਾਨ 'ਤੇ ਨਹੀਂ ਜਾ ਕੇ ਬੈਠੇ ਵੀ ਮੈਨੂੰ ਘੰਟਾ ਹੋ ਗਿਆ ਦੇ ਸਮਾਨ ਕਿਉਂ ਨਹੀਂ ਦਿੱਤਾ, ਤੈਨੂੰ ਪੈਸੇ ਦੇ ਦਿੱਤੇ ਮੈਨੂੰ ਵਸਤੂ ਕਿਉਂ ਨਹੀਂ ਦੇ ਰਿਹਾ। ਇਹ ਤਾਂ ਖੁਦਾ ਦੇ ਚਰਨ ਹੈ, ਪਰਮਾਤਮਾ ਦਾ ਘਰ ਹੈ, ਉਸ ਪਿਆਰੇ ਨੂੰ ਮਿਲਣ ਦਾ ਮਾਰਗ ਹੈ। ਜਿਹੜਾ ਕਰੋੜਾਂ ਜਨਮਾਂ ਤੋਂ ਬਾਅਦ ਵੀ ਪਿਆਰੇ ਦਾ ਮਿਲਾਪ ਹੋ ਜਾਵੇ, ਫਿਰ ਵੀ ਅਭਿਆਸੀ ਸ਼ੁਕਰਾਨਾ ਕਰੇ, ਮਹਾਰਾਜ ਬੜੀ ਵੱਡੀ ਕਿਰਪਾ ਕਰਤੀ, ਐਨੇ ਜਨਮਾਂ ਤੋਂ ਬਾਅਦ ਪ੍ਰਾਪਤੀ ਤਾਂ ਕਰਾਤੀ, ਤੂੰ ਮਿਲ ਤਾਂ ਗਿਆ, ਜੇ ਨਹੀਂ ਵੀ ਮਿਲਦਾ ਫਿਰ ਮੇਰਾ ਕੀ ਜ਼ੋਰ ਸੀ ਆਪ ਜੀ ਦੇ ਸਨਮੁਖ, ਆਪ ਜੀ ਦੇ ਚਰਨਾਂ 'ਚ। ਕਿਉਂਕਿ ਆਖਣ ਜ਼ੋਰ ਚੁੱਪ ਹੈ ਨਾ ਜ਼ੋਰ। ਇਹ ਜਿਹੜੇ ਗੁੱਝੇ ਭੇਦ ਹੈ ਕਮਾਈ ਵਾਲੀਆਂ ਰੂਹਾਂ ਹੀ ਦੱਸ ਸਕਦੀਆਂ, ਦੂਸਰੇ ਨਹੀਂ ਦੱਸ ਸਕਦੇ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਬੇ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ, ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰੇ ਅਪਾਰੋ, ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦਿਓ, ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਭਾਉ ਜਸ ਲਿਓ। ਇਹ ਬਚਨ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ। ਇਸ ਪੰਕਤੀ ਨੂੰ ਖੋਲ ਰਹੇ ਆ ਜਿਨ੍ਹਾਂ ਦੇ ਅੰਦਰ ਕਿਰੰਤੂ ਪਰੰਤੂ ਹੈ ਨਾ, ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਭਾਏ ਜਸ ਲਿਓ, ਤੇ ਭੇਟਾ ਕੀ ਦਈਏ, ਮਸਤਕ ਕਾਟ ਧਰੀ ਤਿਸ ਆਗੈ। ਜੋ ਕੁਝ ਹੈ ਸਭ ਢੇਰੀ ਕਰ ਦਿਓ, ਸਮਰਪਣ ਕਰ ਦਿਓ। ਫਿਰ ਉਹ ਮੌਜ ਦੇ ਵਿੱਚ ਆ ਕਰਕੇ ਜਿਸ ਤਰ੍ਹਾਂ ਆਪ ਜੁੜੇ ਹੋਏ ਆ, ਫਿਰ ਗੁਰਮੁਖ ਪਿਆਰਿਓ ਉਸ ਜਗਿਆਸੂ ਨੂੰ ਵੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ 'ਚ ਮਾਰਗ ਦੱਸਿਆ, ਉਸ ਮਾਰਗ ਦਾ ਪੰਥ ਹੀ ਬਣਾ ਦਿੰਦੇ ਆ। ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ
ਵਡਭਾਗੀ ਪਾਇਆ। ਪਰ ਮਸਤਕ ਕਾਟ ਧਰੀ ਤਿਸ ਆਗੈ। ਅਜੇ ਤਾਂ ਸਮਾਂ ਦੇਣ ਵਾਸਤੇ ਰਾਜੀ ਨਹੀਂ। ਸਾਡੇ ਕੋਲ 10 ਮਿੰਟ ਨਹੀਂ ਕਿਸੇ ਕੋਲ ਬੈਠ ਕੇ ਪਰਮਾਤਮਾ ਪਰਮੇਸ਼ਰ ਦੀ ਗੱਲ ਕਰ ਲਈਏ ਜਾਂ ਸੁਣ ਲਈਏ। ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਤਾਂ ਜਨਮਾਂ ਜਨਮਾਂਤਰਾਂ ਦਾ, ਇਹ ਤਾਂ ਸਭ ਕੁਝ ਅਰਪਣ ਤੇ ਸਮਰਪਣ ਹੋ ਜਾਵੇ, ਫਿਰ ਵੀ ਕੋਈ ਇੱਛਾ ਨਹੀਂ ਵੀ ਮੈਂ ਹੁਣ ਤਾਂ ਸਭ ਕੁਝ ਅਰਪਣ ਵੀ ਕਰਤਾ, ਮੇਰੇ ਕੋਲ ਕੁਝ ਰਿਹਾ ਹੀ ਨਹੀਂ, ਤੇ ਕਦੋਂ ਕਰੋਗੇ ਕਿਰਪਾ, ਇਹ ਵੀ ਖਿਆਲ ਨਾ ਹੋਵੇ। ਕਿਉਂਕਿ ਇਹ ਤੁਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿਉਂਕਿ ਜਦੋਂ ਤੂੰ ਅਰਪਣੇ ਸਭ ਕੁਝ ਕਰਤਾ, ਹੁਣ ਜੇ ਤੂੰ ਆਸ ਰੱਖੀ ਹੈ, ਇਹਦਾ ਮਤਲਬ ਤੇਰੀ ਮੈਂ ਮੌਜੂਦ ਹੈ। ਤੂੰ ਕਹਿ ਰਿਹਾ ਵੀ ਤੈਨੂੰ ਮੈਂ ਸਮਾਂ ਦੇ ਦਿੱਤਾ, ਤੇਰੇ ਮੈਂ ਸਾਹਮਣੇ ਬੈਠਾ, ਵੀ ਤੂੰ ਕਿਉਂ ਨਹੀਂ ਕਰਦਾ ਕਿਰਪਾ, ਵੀ ਜਿਹੜਾ ਮੈਂ ਨੂੰ ਲੈ ਕੇ ਬੈਠਾ, ਸਭ ਕੁਝ ਦੇ ਕੇ ਵੀ ਮੈਂ ਮੌਜੂਦ ਹੈ, ਇਹਦਾ ਮਤਲਬ ਉਹ ਮੈਂ ਸਮਰਪਣ ਹੀ ਨਹੀਂ ਹੋਈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ, ਮਨ ਤਨ ਪ੍ਰਭ ਆਰਾਧੀ ਹੈ, ਮਿਲ ਸਾਧ ਸਮਾਗੈ। ਹੁਣ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਹੈ, ਗੁਰ ਸਿੱਖ ਸੰਗਤ ਮਲਾਪ ਕੋ ਪ੍ਰਤਾਪ ਐਸੋ, ਪਤੀ ਵਰਤਾ ਏਕ ਟੇਕ ਦੁਬਦਾ ਨਵਾਰੀ ਹੈ। पूछत न ज्योतक और वेद थित वार कछ, ग्रह और नक्षत्र की न शंका उर धारी है। जानत न सगन लगन आन देव सेव, शब्द सुरत लेव नेहो निरंकारी है। श्री गुर सिख बालक, जदों ये बालक बारक बन के अरदास करे, महाराज तुम मात पिता हाँ बारक तेरे, तू ठाकर तुम पै अरदास। गुर सिख बालक श्री गुरु प्रतिपालक होए, जीवन मुक्त गत ब्रह्म विचारी है। ये गुरबाणी की कुंजी बाणी भाई गुरदास जी कहते भी जिस तरह गुरु दे सिख नूं किसी संत महात्मा अभ्यासी की संगत प्राप्त हो जाए, ते जो पति वर्ता इस्त्री है आनंद कारज तो बाद अपने पति की आग्या दे विच रहिंदी है, 24 घंटे डर भै अपने पति का अपने सिर दे साईं दा बनिया रहिंदा। इसे तरह नाम सिमरन वाली रोह जोतकां ते, मतलब जो जंतरियां ते जोतशां ते किसी प्रकार का जंतर मंत्र तंत्र, ये किसी भी भुलेखा दे विच कदे भुल के भी वो पैंदा ही नहीं। ना सगन ना अपसगन, ना मुहूर्त चंगा ना माड़ा, उहदे बाते सारा ही समा परमात्मा दा, सारे दिन ही परमात्मा दे। अकाल पुरख परमात्मा जगह जगह ते जर्रे जर्रे च मौजूद होने करके वो परमात्मा तो बगैर किसी नूं देखदा ही नहीं। कहंदे अखीर दे विच जदों सिख संत बालक श्री गुरु प्रतिपालक होए, जदों इसने आपने आपनों सिख बारक बच्चा नवाणा नताणा मन लिया, उस वक्त ही परमात्मा की कृपा, उस वक्त ही सब विद मान्यो मन, तब ही भयो प्रसन्न। राज जोग तख्त दियन गुर रामदास, गुर सिख बालक श्री गुरु प्रतिपालक होए, जीवन मुक्त गत ब्रह्म विचारी है। कहते फिर ये जिहड़ी ब्रह्म की विचार है ना, जो गुरबाणी की कथा ते व्याख्या है, ये जो सतसंगत है परमेश्वर का सिमरन है, ये फिर परम गति नूं प्राप्त करवा दिंदा। उस परम अवस्था की प्राप्ति हो जाती उस अभ्यासी नूं। अकाल पुरख परमात्मा वाहिगुरु जी की उस ते कृपा हो जाती है। बिलावल महला पंजवा, मन तन प्रभ आराधी है, मिल साध समागै। नाले तां प्रभु का नाम लैता गुरु अर्जन देव महाराज जी ने, नाले सिमरन की गल कर दी, नाले दसता भी देख लै भी मन भी सिमरन कर रहा कि नहीं, मन भी सुनदा कथा जां करदा, मन का ध्यान है प्रभु के चरनां च। जिथे तन आ गया, तन के हत्थ च गुटका साहब है, तन के हत्थां दे विच माला है, तन मंदिर मस्जिद गुरुद्वारा सब पहुँच गया, तन जिहड़ा साधु महात्मा दे कोल
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਿਆ। ਇਸ ਨੂੰ ਦੇਖ ਲੈ ਵੀ ਇਹਦੀ ਹਾਜ਼ਰੀ ਹੈ, ਇਹ ਇੱਥੇ ਹੀ ਮੌਜੂਦ ਹੈ। ਜੇ ਨਹੀਂ ਮਿਲ ਸਾਧ ਸਮਾਗੈ, ਵੀ ਜਿਨ੍ਹਾਂ ਦੀ ਇਕਾਗਰਤਾ ਬਣੀ, ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ, ਜਿਨ੍ਹਾਂ ਨੂੰ ਸਤਿਗੁਰਾਂ ਨੇ ਸੋਝੀ ਬਖਸ਼ ਦਿੱਤੀ, ਜਿਨ੍ਹਾਂ ਦਾ ਕੁਝ ਸਫ਼ਰ ਚੱਲ ਰਿਹਾ, ਜਿਨ੍ਹਾਂ ਨੂੰ ਨਾਮ 'ਚੋਂ, ਨਿਤਨੇਮ 'ਚੋਂ, ਸਿਮਰਨ 'ਚੋਂ, ਗੁਰਬਾਣੀ 'ਚੋਂ, ਸਤਸੰਗਤ 'ਚੋਂ ਰਸ ਆ ਰਿਹਾ, ਉਹਨਾਂ ਦੀ ਸੰਗਤ ਕਰ। ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ। ਜਦੋਂ ਤੂੰ ਮਨ ਕਰਕੇ, ਤਨ ਕਰਕੇ, ਰੋਮ ਰੋਮ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਵੇਂਗਾ ਨਾ, ਜਿਹੜਾ ਸਾਰੇ ਧਰਤੀ ਤੇ ਜੀਵਾਂ ਦਾ ਪ੍ਰਤਪਾਲਨਹਾਰ ਕਰਤਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਹੈ। ਸਾਡਾ ਕੀ ਖਿਆਲ ਹੈ ਵੀ ਗੁਆਂਢੀ ਦੇਸ਼ ਹੈ, ਗੁਆਂਢੀ ਸਟੇਟ ਹੈ, ਤੇ ਗੁਆਂਢੀ ਨਗਰ ਹੈ, ਤੇ ਗੁਆਂਢੀ ਜਿਹੜੇ ਸਾਡੇ ਘਰ ਹੈ, ਉਹਨਾਂ ਨੂੰ ਭੁੱਖੇ ਮਰਦੇ ਦੇਖ ਕੇ ਬੜੇ ਖੁਸ਼ ਹੁੰਦੇ ਆ। ਆਪਣੇ ਕੋਲ ਭਾਵੇਂ 10 ਪੀੜ੍ਹੀਆਂ ਤੱਕ ਧਨ ਇਕੱਤਰ ਹੋ ਜਾਵੇ ਤਾਂ ਫਿਰ ਤੁਸੀਂ ਕਹਿੰਦੇ ਆ ਇਹ ਜ਼ਿੰਦਗੀ ਦਾ ਆਨੰਦ ਤੇ ਸੁੱਖ ਹੈ ਜਿਉਣ ਦਾ। ਭਾਵ ਦੂਜੇ ਨੂੰ ਭੁੱਖਾ ਮਰਦਾ ਦੇਖ ਕੇ ਤੇ ਆਪਣੇ ਕੋਲ ਪਤਾ ਨਹੀਂ ਕਿੰਨਾ ਕੁ ਧਨ ਹੈ, ਫਿਰ ਬੜਾ ਖੁਸ਼, ਕਹਿੰਦਾ ਮੇਰੇ ਤੇ ਕਿਰਪਾ ਹੋਈ ਹੈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਐਸੀ ਭਾਵਨਾ ਵਾਲਾ ਪਰਮਾਤਮਾ ਤੱਕ ਪਹੁੰਚ ਨਹੀਂ ਸਕਦਾ। ਐਸੀ ਭਾਵਨਾ ਵਾਲੇ ਦਾ ਨਿਤਨੇਮ, ਸਿਮਰਨ, ਸਤਸੰਗਤ, ਸੇਵਾ ਕੀਤੀ ਹੋਈ ਪਰਮੇਸ਼ਰ ਦੇ ਚਰਨਾਂ 'ਚ ਪ੍ਰਵਾਨ ਨਹੀਂ ਹੋ ਸਕਦੀ। ਕੈਸੀ ਭਾਵਨਾ ਚਾਹੀਦੀ ਹੈ? ਜੋ ਅਕਾਲ ਪੁਰਖ ਹਰ ਜੀਵ ਦੀ ਪ੍ਰਤਪਾਲਨਾ ਕਰ ਰਿਹਾ, ਹਰ ਇੱਕ ਨੂੰ ਦੇ ਰਿਹਾ। ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਬਰੈ ਤਿਤੈ ਲਿਹੋ ਅਵਾਰ। ਇਹ ਤਾਂ ਦੂਸਰਿਆਂ ਨੂੰ ਛਕਾ ਕੇ ਤੇ ਆਪ ਭਾਵੇਂ ਕੜਾਕੇ ਦੇ ਵਿੱਚ ਹੀ ਰਹਿਣਾ ਪਸੰਦ ਕਰੇ ਵੀ ਮੈਂ ਭੁੱਖਾ ਹੀ 2-4 ਦਿਨ ਕੱਟ ਦਊਂਗਾ, ਪਰ ਜਿਹੜੇ ਭੁੱਖੇ ਆ ਉਹ ਪ੍ਰਸ਼ਾਦਾ ਛਕ ਲੈਣ, ਉਸ ਬਿਰਤੀ ਵਾਲਾ ਪਰਮਾਤਮਾ ਤੱਕ ਪਹੁੰਚਦਾ। ਇੰਨਾ ਕੁ ਧਿਆਨ ਰੱਖਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ। ਉਚਰਤ ਗੁਣ ਗੋਪਾਲ ਜਸ, ਜੋ ਰਸਨਾ ਤੋਂ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ, ਇਹਨਾਂ ਕੰਨਾਂ ਰਾਹੀਂ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦੇ ਆ, ਜੋ ਹਰ ਇੱਕ ਜੀਵ ਦੀ ਪ੍ਰਤਪਾਲਨਾ ਕਰਦਾ ਹੈ ਅਕਾਲ ਪੁਰਖ ਪਰਮਾਤਮਾ। ਕਹਿੰਦੇ ਦੂਰ ਤੇ ਜਮ ਭਾਗੈ, ਕਹਿੰਦੇ ਉਸ ਦੇ ਦਰਸ਼ਨਾਂ ਦਿਦਾਰਾਂ ਤੇ ਉਸ ਤੋਂ ਨਜ਼ਦੀਕ ਆਉਣ ਤੋਂ ਵੀ ਡਰਦੇ ਆ ਜਮ। ਧਰਮ ਰਾਜਾ ਪੂਰੀ ਉਹਨਾਂ ਨੂੰ ਵਾਰਨਿੰਗ ਦਿੰਦਾ ਬੇ ਜਹ ਸਾਧੂ ਗੋਬਿੰਦ ਭਜਨ। ਕਹਿੰਦੇ ਬਿਲਕੁਲ ਜਿੱਥੇ ਭਜਨ ਬੰਦਗੀ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਹੋ ਰਿਹਾ, ਤੁਸੀਂ ਉੱਥੇ ਨਹੀਂ ਜਾਣਾ। ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ। ਇਹ ਜਿਹੜੇ ਜਮ ਹੈ ਇਹ ਦੂਰੋਂ ਹੀ ਭੱਜ ਜਾਂਦੇ ਆ ਵੀ ਇਹ ਸਤ ਸੰਗਤ ਹੈ, ਨਾਮ ਸਿਮਰਨ ਵਾਲੇ ਹੈ, ਇਹ ਜੁੜੀ ਹੋਈ ਰੂਹ ਹੈ। ਉਹ ਤਾਂ ਹੱਥ ਜੋੜਦੀ ਫਿਰਦੀ ਕਿ ਮਹਾਰਾਜ ਜੀ ਮਾਫ ਕਰ ਦਿਓ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ। ਧਰਮ ਰਾਜਾ ਵੀ ਕੁਰਸੀ ਸਿੰਘਾਸਣ ਤੋਂ ਉੱਠ ਕੇ ਖਲੋ ਜਾਂਦਾ, ਹੱਥ ਜੋੜਦਾ। ਕਿਸ ਵਾਸਤੇ? ਵੀ ਜਿਹੜੀ ਰੂਹ ਜੁੜੀ ਹੋਈ ਹੈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਨਾਲ। ਰਾਮ ਨਾਮ ਜੋ ਜਨ ਜਪੈ ਅਨ ਦਿਨ ਸਾਧ ਜਾਗੈ। ਹੁਣ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਗਈ ਉਹਨਾਂ ਦੀ ਨਿਸ਼ਾਨੀ ਦੱਸਦੇ ਆ ਵੀ ਜਿਹੜਾ ਵੀ ਜਨ, ਜਿਹੜਾ ਗੁਰਮੁਖ, ਜਿਹੜੀ ਰੂਹ, ਜਿਹੜਾ ਸਰੀਰ ਅਕਾਲ ਪੁਰਖ ਪਰਮਾਤਮਾ ਕਣ ਕਣ ਘਟ ਘਟ ਦੇ ਵਿੱਚ ਰਮਿਆ ਹੋਇਆ ਜਾਣ ਕੇ ਪਰਮੇਸ਼ਰ ਨੂੰ ਯਾਦ ਕਰਦਾ, ਹਰ ਇੱਕ ਦੀ ਸੂਰਤ ਦੇ ਵਿੱਚ ਪਰਮਾਤਮਾ ਦੀ ਸੂਰਤ ਦੇਖਦਾ, ਹਰ ਇੱਕ ਦੀ ਆਵਾਜ਼ ਦੇ ਵਿੱਚ ਪਰਮਾਤਮਾ ਦੀ ਆਵਾਜ਼ ਉਹ ਸਮਝਦਾ। ਜਿਹੜਾ ਵੀ ਜੀਵ ਇਸ ਤਰ੍ਹਾਂ ਪਰਮਾਤਮਾ ਨੂੰ ਸਿਮਰਨ ਕਰ ਰਿਹਾ, ਕਹਿੰਦੇ ਅਨ ਦਿਨ ਸਦ ਜਾਗੈ। ਹਰ ਵਕਤ ਕੋਈ ਛੂਟ ਨਹੀਂ। ਊਠਤ ਬੈਠਤ ਸੋਵਤ ਨਾਮ
ਕਹੋ ਨਾਨਕ ਜਨ ਕੈ ਸਦ ਕਾਮ। ਉਸ ਨੂੰ ਸੁੱਤਾ ਹੋਇਆ ਨਾ ਜਾਣੋ, ਉਹ ਸੁੱਤਾ ਹੋਇਆ ਵੀ ਪ੍ਰਭੂ ਦੀ ਯਾਦ 'ਚ ਹੈ। ਉਹ ਪਰਮੇਸ਼ਰ ਦੇ ਨਾਮ ਦੇ 'ਚ ਰੋਮ ਰੋਮ ਉਸ ਦਾ ਰੰਗਿਆ ਹੋਇਆ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬੜ ਭਾਗਾ। ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਨਾ ਕਿਤੇ ਜਾਂਦਿਆਂ ਆਉਂਦਿਆਂ, ਨਾ ਸੁੱਤਿਆਂ ਨਾ ਜਾਗਦਿਆਂ, ਨਾ ਖਾਂਦਿਆਂ ਨਾ ਪੀਂਦਿਆਂ, ਹਰ ਵਕਤ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਤੰਤ ਮੰਤ ਨਹਿ ਜੋਹੀ। ਕਹਿੰਦੇ 3 ਤਰ੍ਹਾਂ ਦੇ ਮੰਤਰ, ਜੰਤਰ ਮੰਤਰ ਤੰਤਰ, ਕਾਲੇ ਚਿੱਟੇ ਧਾਗੇ ਤਵੀਤ, ਜੋ ਕੁਛ ਵੀ ਹੈ ਕਹਿੰਦੇ ਉਸ ਦੇ ਨਜ਼ਦੀਕ ਨਹੀਂ ਆ ਸਕਦੇ। ਵੱਡੇ ਤੋਂ ਵੱਡਾ ਮੰਤਰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਨਾਮ ਹੈ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ। ਇੱਕੋ ਇੱਕ ਜੋ ਰਮਿਆ ਰੁਮਿਆ ਅਕਾਲ ਪੁਰਖ ਪਰਮੇਸ਼ਰ ਹਰ ਇੱਕ ਜਗ੍ਹਾ ਉਸ ਦਾ ਧਿਆਨ ਉਸ ਦੇ ਨਾਲ ਜੁੜਿਆ ਹੋਣ ਕਰਕੇ ਇਹ ਜੋ ਜਾਦੂ ਟੂਣੇ ਕਾਲਾ ਚਿੱਟਾ ਧਾਗੇ ਤਵੀਤ ਕਿਸੇ ਨੇ ਕਰਤਾ, ਕਹਿੰਦੇ ਬਿਲਕੁਲ ਉਹਨਾਂ ਦੇ ਨਜ਼ਦੀਕ ਤੇ ਹਵਾ ਵੱਲ ਵੀ ਨਹੀਂ ਦੇਖ ਸਕਦੀਆਂ ਇਹ ਸ਼ਕਤੀਆਂ, ਕਿਉਂਕਿ ਸਰਮੋਰ ਮੰਤਰ ਉੱਚੇ ਉੱਪਰ ਉੱਚਾ ਨਾਉ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਜੋ ਨਾਮ ਹੈ, ਤੰਤ ਮੰਤ ਨਹਿ ਜੋਹੀ ਤਿਤ ਚਾਖ ਨਾ ਲਾਗੈ। ਰਤੀ ਮਾਤਰ ਵੀ ਉਸ ਦਾ ਬਾਲ ਨਹੀਂ ਵਿੰਗਾ ਕਰ ਸਕਦੇ, ਕਿਸੇ ਵੀ ਪ੍ਰਕਾਰ ਦੀ ਕੋਈ ਤਕਲੀਫ ਉਸ ਨੂੰ ਹੋ ਨਹੀਂ ਸਕਦੀ। ਜਿਹੜੀ ਰੂਹ ਜੋ ਗੁਰਮੁਖ ਪਿਆਰਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਹੈ। ਵਿਸਰਾਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਰਦੇ ਕਿਰਪਾ। ਕਾਮ ਕ੍ਰੋਧ ਮਦ ਮਾਨ ਮੋਹ, ਜਿਨ੍ਹਾਂ 5 ਹੀ ਚੋਰਾਂ ਨੇ ਪੂਰੀ ਸ੍ਰਿਸ਼ਟੀ ਨੂੰ ਕਿਡਨੈਪ ਕੀਤਾ, ਅਗਵਾ ਕੀਤਾ ਤੇ ਆਪਣੀ ਡੋਰੀ ਹਰ ਇੱਕ ਦੇ ਜੀਵ 'ਚ ਗਲ 'ਚ ਪਾ ਕੇ ਨਾ ਤਾਂ ਇਹ ਨਚਾਰਿਆ ਕਠਪੁਤਲੀਆਂ ਵਾਂਗੂ। ਭਾਵੇਂ ਕਾਮ ਹੈ, ਭਾਵੇਂ ਕ੍ਰੋਧ ਹੈ, ਭਾਵੇਂ ਹੰਕਾਰ ਹੈ, ਤੇ ਭਾਵੇਂ ਮੋਹ ਹੈ, ਤੇ ਭਾਵੇਂ ਲੋਭ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ ਕਰਦੇ ਬਿਨਸੇ ਅਨਰਾਗੇ। ਉਹਨਾਂ ਦੀ ਉਪਰਾਮਤਾ ਨੇ ਉਹਨਾਂ ਦੇ ਅੰਦਰ ਜੋ ਵਿਵੇਕ ਬੈਰਾਗ ਪੈਦਾ ਹੋਇਆ, ਜਿਸ ਰਾਗ ਨੇ ਬੈਰਾਗ ਪੈਦਾ ਕੀਤਾ, ਉਸ ਬੈਰਾਗ ਨੇ ਵਿਵੇਕ ਬੁੱਧੀ ਪੈਦਾ ਕੀਤੀ, ਉਸ ਵਿਵੇਕ ਬੁੱਧੀ ਨੇ ਫਿਰ ਅਨਰਾਗ ਪੈਦਾ ਕੀਤਾ, ਜਿਸ ਨੂੰ ਅਸੀਂ ਅਲਿਪਤ ਕਹਿੰਦੇ ਹਾਂ। ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਐਸੀ ਜੁੜੀ ਹੋਈ ਰੂਹ ਰਹਿੰਦੀ ਸੰਸਾਰ ਦੇ ਵਿੱਚ ਹੀ ਹੈ, ਪਰ ਅੰਦਰੋਂ ਨਿਰਲੇਪ ਹੋਣ ਕਰਕੇ ਕਿਸੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਨਿੰਦਾ ਚੁਗਲੀ ਉਹਨੂੰ ਪਾਉਂਦੇ ਨਹੀਂ, ਕਿਉਂਕਿ ਸੁਣਿਆ ਪੋਹੇ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਐਸੀ ਅਵਸਥਾ ਆਨੰਦ ਮਗਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਅਖੀਰਲੀ ਪੰਕਤੀ 'ਚ। ਜੇ ਅਸੀਂ ਕਹੀਏ ਮਹਾਰਾਜ ਜੀ ਉਹ ਕਿਸ ਮਸਤੀ ਦੇ ਵਿੱਚ ਰਹਿੰਦੇ ਹਨ, ਕੈਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਗਿਆ। ਉਹਨਾਂ ਨੂੰ ਕੋਈ ਦੁੱਖ, ਕੋਈ ਸੁੱਖ, ਕੋਈ ਹਾਨ, ਕੋਈ ਲਾਭ, ਕੋਈ ਉਸਤਤੀ, ਕੋਈ ਨਿੰਦਿਆ ਕਿਸ ਤਰ੍ਹਾਂ ਉਹਨਾਂ ਦੇ ਮਨ 'ਚ ਅਸਰ ਨਹੀਂ ਕਰਦੀ। ਲੋਗਨ ਕੀ ਚਤਰਾਈ ਉਪਮਾ ਤੇ ਬੈ ਸੰਤ ਰਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਇੱਕ ਰਸ ਬਿਰਤੀ ਅੰਤਰ ਸੁਨੰ ਬਾਹਰ ਸੁਨੰ, ਤ੍ਰੇ ਭਵਨ ਸੋਨਮ ਸੁਨੰ। ਚੌਥਾ ਸੁਨੈ ਜੋ ਨਰ ਜਾਣੈ, ਤਾਕੋ ਪਾਪ ਨਾ ਪੁੰਨੰ। ਆਨੰਦ ਮਗਨ ਰਸ ਰਾਮ ਰੰਗ, ਨਾਨਕ ਸਰਨ ਲਾਗੇ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਗੁਰਮੁਖੋ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹੈ, ਜੋ ਰੱਬੀ ਬਾਣੀ ਦਾ ਜੋ ਪਾਵਨ ਪਵਿੱਤਰ ਉਪਦੇਸ਼ ਹੈ ਉਹਨੂੰ ਜੀਵਨ ਦੇ ਵਿੱਚ ਢਾਲਦੇ ਆ ਤੇ ਪੂਰੇ ਸੰਸਾਰ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਇਸ ਦਾ ਰੰਗ ਤੇ ਆਨੰਦ ਨਸ਼ਾ ਹੀ ਐਸਾ ਹੈ। ਉਹਨਾਂ ਨੂੰ ਪਤਾ ਵੀ ਅਕਾਲ ਪੁਰਖ ਪਰਮਾਤਮਾ ਦੀ ਐਡੀ ਵੱਡੀ ਸ਼ਕਤੀ ਹੈ
ਭਾਵੇਂ ਸਾਰਾ ਸੰਸਾਰ ਇੱਕ ਪਾਸੇ ਹੋ ਜਾਵੇ, ਜਿਸ ਦਾ ਭਰੋਸਾ ਪਰਮਾਤਮਾ ਦੇ ਚਰਨਾਂ ਤੇ ਹੈ, ਇਹ ਪੂਰੀ ਸ੍ਰਿਸ਼ਟੀ ਦੀ ਤਾਕਤ ਉਸ ਸਤਿਪੁਰਸ਼ ਜੁੜੀ ਹੋਈ ਰੂਹ ਦਾ ਬਾਲ ਵਿੰਗਾ ਨਹੀਂ ਕਰ ਸਕਦੀ। ਐਨੀ ਸ਼ਕਤੀ ਹੈ ਨਾਮ ਦੀ। ਸੋ ਅਕਾਲ ਪੁਰਖ ਪਰਮਾਤਮਾ ਕਰਨ ਕਿਰਪਾ, ਤੁਸ਼ ਬੁੱਧੀ ਦੇ ਅਨੁਸਾਰ ਜੋ ਵਿਚਾਰ ਵਿਆਖਿਆ ਹੋਈ, ਤੇ ਇਹ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਹਿਰਦੇ 'ਚ ਵਸਾਉਣ। ਤਨ ਮਨ ਧਨ ਕਰਕੇ ਜੋ ਸੇਵਾ ਤੇ ਹਾਜ਼ਰੀ ਭਰਦੇ ਗਰੀਬ ਨਵਾਜ਼ ਚਰਨਾਂ 'ਚ ਪ੍ਰਵਾਨ ਕਰਕੇ, ਦਰੋਂ ਘਰੋਂ ਸਿੱਖੀ ਸਦਕ ਭਰੋਸਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਰੱਖਣ ਹੋਈਆਂ ਗਲਤੀਆਂ ਦੀ ਖਿਮਾ। ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ, ਆਨੰਦ ਮਗਨ ਰਸ ਰਾਮ ਰੰਗ, ਨਾਨਕ ਸਰ ਨਾਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।